ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਪਰਮਹੰਸ ਜੋਗਾਨੰਦ ਜੀ ਦੇ ਵਿਚਿੱਤਰ ਰਹੱਸ ਜੀਵਨ ਦੇ ਵਿੱਚੋਂ ਉਹਨਾਂ ਦੀ ਇੱਕ ਐਸੀ ਜਿਹੜੀ ਰਹੱਸਮਈ ਘਟਨਾ ਹੈਗੀ ਆ, ਉਸ ਦਾ ਵਰਣਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ, ਜਿਸ ਦੇ ਵਿੱਚ ਕਿਵੇਂ ਉਹਨਾਂ ਨੇ ਆਪਣੇ ਜੀਜਾ ਸਤੀਸ਼ ਚੰਦਰ ਬੋਸ ਨੂੰ ਉਹਨਾਂ ਦੇ ਨਾਸਤਕ ਖਿਆਲਾਂ ਦੇ ਵਿੱਚੋਂ ਬਦਲ ਕੇ ਉਹਨਾਂ ਨੂੰ ਇੱਕ ਅਧਿਆਤਮਿਕ ਸੰਤ ਦੇ ਤੌਰ ਦੇ ਵਿੱਚ ਜਿਹੜਾ ਸੀਗਾ ਉਹ ਆਪਣੇ ਜੀਵਨ ਦੇ ਵਿੱਚ ਬਣਾ ਦਿੱਤਾ ਸੀਗਾ। ਸੋ ਇਹ ਘਟਨਾ ਜਿਹੜੀ ਹੈ ਨਾ ਬੜੀ ਰਹੱਸਮਈ ਹੈਗੀ ਆ, ਕਿਉਂਕਿ ਇਸ ਘਟਨਾ ਦੇ ਪਿੱਛੇ ਜੋ ਕਾਲੀ ਮਾਤਾ ਦਾ ਮੰਦਿਰ ਹੈਗਾ ਕਲਕੱਤੇ ਦੇ ਵਿੱਚ, ਇਹ ਘਟਨਾ ਉਸ ਮੰਦਿਰ ਦੇ ਵਿੱਚ ਵਾਪਰੀ ਸੀਗੀ। ਸੋ ਉਹ ਦੱਸਦੇ ਸੀਗੇ ਕਿ ਇੱਕ ਵਾਰ ਉਹ ਜਦੋਂ ਆਪਣੀ ਛੋਟੀ ਭੈਣ ਜਿਹਦਾ ਨਾਂ ਸੀ ਰਮਾ, ਜਦ ਕਹਿੰਦੇ ਉਹਨੂੰ ਮਿਲਣ ਵਾਸਤੇ ਉਹਦਾ ਜਿਹੜਾ ਰਿਹਾਇਸ਼ ਘਰ ਸੀਗਾ ਕਲਕੱਤੇ ਦੇ ਵਿੱਚ ਗਰੀਸ਼ ਵਿਦਿਆ ਰਤਨ ਲੇਨ ਦੇ ਵਿੱਚ, ਉੱਥੇ ਪਹੁੰਚੇ ਸੀਗੇ। ਫਿਰ ਕਹਿੰਦੇ ਮੇਰੀ ਭੈਣ ਨੇ ਨਾ ਮੈਨੂੰ ਬੜੇ ਹੀ ਦਰਦ ਭਰੇ ਜਿਹੜੇ ਸੀਗੇ ਉਹ ਬਚਨਾਂ ਦੇ ਨਾਲ ਇਹ ਗੱਲ ਜਿਹੜੀ ਸੀ ਦੱਸੀ ਸੀਗੀ ਕਿ ਮੈਂ ਇੱਕ ਪਤੀਵਰਤਾ ਔਰਤ ਹੈਗੀ ਹਾਂ। ਪਤੀਵਰਤਾ ਔਰਤ ਹੋਣ ਦੇ ਨਾਤੇ ਮੈਂ ਆਪਣੇ ਪਤੀ ਦੀ ਸ਼ਿਕਾਇਤ ਨਹੀਂ ਕਰਨਾ ਚਾਹੁੰਦੀ, ਬਸ ਮੈਂ ਇੰਨਾ ਚਾਹੁੰਦੀ ਹਾਂ ਕਿ ਜਿਹੜੀ ਮੇਰੇ ਪਤੀ ਦੀ ਭੌਤਿਕਵਾਦੀ ਸੋਚ ਵਾ ਨਾ, ਉਸ ਸੋਚ ਦੇ ਵਿੱਚ ਪਰਿਵਰਤਨ ਹੋ ਜਾਵੇ ਅਤੇ ਮੇਰੇ ਜਿਹੜੇ ਪਤੀ ਹੈਗੇ ਉਹ ਧਾਰਮਿਕ ਮਾਰਗ ਵੱਲ ਪ੍ਰੇਰੇ ਜਾਣ। ਕਿਉਂਕਿ ਪਰਮਹੰਸ ਜੋਗਾਨੰਦ ਜੀ ਨੇ ਦੱਸਿਆ ਸੀਗਾ ਕਿ ਮੈਂ ਆਪਣੀ ਛੋਟੀ ਭੈਣ ਰਮਾ ਨੂੰ 1 ਸਾਲ ਪਹਿਲਾਂ ਹੀ ਜਿਹੜੀ ਯੋਗ ਕਿਰਿਆ ਦੀ ਦੀਖਿਆ ਦਿੱਤੀ ਸੀ ਅਤੇ ਉਹਦੇ ਵਿੱਚ ਉਹਨੇ ਕਾਫੀ ਉੱਨਤੀ ਵੀ ਕਰ ਲਈ ਸੀ। ਫਿਰ ਕਹਿੰਦੇ ਮੇਰੀ ਭੈਣ ਨੇ ਮੈਨੂੰ ਇਹ ਵੀ ਦੱਸਿਆ ਸੀਗਾ ਕਿ ਮੇਰਾ ਜਿਹੜਾ ਛੋਟਾ ਜਿਹਾ ਪੂਜਾ ਦਾ ਕਮਰਾ ਹੈਗਾ, ਜਿਹਦੇ ਵਿੱਚ ਸਾਧੂ ਸੰਤਾਂ ਮਹਾਤਮਾ ਦੀਆਂ ਫੋਟੋਆਂ ਹੈਗੀਆਂ, ਕਿਵੇਂ ਜਿਹੜੇ ਮੇਰੇ ਪਤੀ ਹੈਗੇ ਆ ਜਦੋਂ ਉਸ ਕਮਰੇ ਵਿੱਚ ਆਉਂਦੇ ਆ ਅਤੇ ਇਹਨਾਂ ਨੂੰ ਤਸਵੀਰਾਂ ਨੂੰ ਦੇਖ ਕੇ ਕਹਿੰਦੇ ਜਦੋਂ ਮਖੌਲ ਕਰਦੇ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ। ਸੋ ਜਦੋਂ ਕਹਿੰਦੇ ਇਹ ਵਿਚਾਰ ਰੱਖੇ ਸੀਗੇ ਅਤੇ ਫਿਰ ਮੇਰੀ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਇਹਦੇ ਵਿੱਚ ਵੀਰ ਜੀ ਮੇਰੀ ਤੁਸੀਂ ਮਦਦ ਕਰੋ ਕਿ ਮੇਰਾ ਜਿਹੜਾ ਪਤੀ ਹੈਗਾ ਭੌਤਿਕਵਾਦੀ ਸੋਚ ਨੂੰ ਤਿਆਗ ਕੇ ਇੱਕ ਅਧਿਆਤਮਵਾਦੀ ਮਾਰਗ ਦੇ ਉੱਤੇ ਤੁਰ ਕੇ ਜਿਹੜਾ ਹੈਗਾ ਕਿਸੇ ਸੰਤ ਪਦਵੀ ਉੱਤੇ ਪਹੁੰਚ ਸਕਣ। ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੈਂ ਆਪਣੀ ਭੈਣ ਨੂੰ ਧਰਵਾਸ ਦਿੱਤੀ, ਉਹਨੂੰ ਦੱਸਿਆ ਕਿ ਮੇਰੇ ਤੋਂ ਜੋ ਵੀ ਕੁਛ ਹੋਊਗਾ, ਜੋ ਵੀ ਕੁਛ ਬਣਦਾ ਸਰਦਾ ਤਾਂ ਉਹ ਮੈਂ ਜ਼ਰੂਰ ਕਰੂੰਗਾ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਿਹੜੀ ਸੀ ਉੱਥੇ ਮੌਨ ਪ੍ਰਾਰਥਨਾ ਸ਼ੁਰੂ ਕਰ ਦਿੱਤੀ ਅਤੇ ਜਦੋਂ ਕਹਿੰਦੇ ਮੌਨ ਪ੍ਰਾਰਥਨਾ ਸ਼ੁਰੂ ਕੀਤੀ, ਉਸ ਮੌਨ ਪ੍ਰਾਰਥਨਾ ਦੇ ਵਿੱਚ ਮੈਂ ਜਿਹੜਾ ਮੇਨ ਬੇਨਤੀ ਇਹੋ ਹੀ ਰੱਖੀ ਆ ਕਿ ਇਹ ਸੱਚੇ ਪਾਤਸ਼ਾਹ ਪਾਰ ਬ੍ਰਹਮ ਅਕਾਲ ਪੁਰਖ ਪਰਮਾਤਮਾ, ਤੁਸੀਂ ਮੇਰਾ ਮਾਰਗ ਦਰਸ਼ਨ ਕਰੋ ਕਿ ਮੈਂ ਆਪਣੇ ਜੀਜਾ ਜੀ ਨੂੰ ਕਿਵੇਂ ਜਿਹੜਾ ਹੈਗਾ ਉਹਨਾਂ ਦੀ ਭੌਤਿਕਵਾਦੀ ਸੋਚ ਤੋਂ ਬਦਲ ਕੇ ਇੱਕ ਅਧਿਆਤਮਵਾਦੀ ਸੋਚ ਦੇ ਵਿੱਚ ਤਬਦੀਲ ਕਰ ਸਕਾਂ। ਜਦੋਂ ਕਹਿੰਦੇ ਮੈਂ ਮੌਨ ਪ੍ਰਾਰਥਨਾ ਸ਼ੁਰੂ ਕੀਤੀ ਆ, ਮੌਨ ਪ੍ਰਾਰਥਨਾ ਕਰਦਿਆਂ ਯਕਦਮ ਮਨ ਦੇ ਵਿੱਚ ਇੱਕ ਐਸੀ ਤਰੰਗ ਦੀ ਜਿਹੜੀ ਹੈ ਪ੍ਰੇਰਨਾ ਉੱਠੀ ਆ, ਐਸੀ ਇੱਕ ਪ੍ਰੇਰਨਾ ਤਰੰਗ ਉੱਠੀ ਆ ਕਿ ਉਹਦੇ ਵਿੱਚ ਜਿਹੜੇ ਸੀਗੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਉਣਾ ਸ਼ੁਰੂ ਹੋਇਆ ਕਿ ਕਲਕੱਤੇ ਦੇ ਵਿੱਚ ਦਗਨੇਸ਼ਵਰ ਮੰਦਿਰ ਹੈਗਾ ਸ਼੍ਰੀ ਕਾਲੀ ਮਾਤਾ ਜੀ ਦਾ, ਅਤੇ ਉਸ ਮੰਦਿਰ ਦੇ ਵਿੱਚ ਚਲਾ ਜਾ, ਕਿਉਂਕਿ ਉਸ ਮੰਦਿਰ ਦੀਆਂ ਜਿਹੜੀਆਂ ਸੰਵੇਦਨਸ਼ੀਲ ਤਰੰਗਾਂ ਹੈਗੀਆਂ, ਉਹਦੇ ਸੰਵੇਦਨਸ਼ੀਲ ਤਰੰਗਾਂ ਦੇ ਅੰਦਰ ਜਿਹੜੀ ਜਗਨ ਮਾਤਾ ਹੈਗੀ ਆ ਉਹ ਆਪ ਦੇ ਦਿਲ ਦੀਆਂ ਜਿਹੜੀਆਂ ਸਾਜ਼ ਦੀਆਂ ਤਾਰਾਂ ਹੈਗੀਆਂ ਉਹਨੂੰ ਜ਼ਰੂਰ ਛੇੜ ਦੇਵੇਗੀ। ਕਹਿੰਦੇ ਜਦੋਂ ਇਸ ਤਰ੍ਹਾਂ ਦਾ ਖਿਆਲ ਜਿਹੜਾ ਸੀਗਾ ਬੜੇ ਉਤਸ਼ਾਹਮਈ ਦੇ ਨਾਲ, ਬੜੇ ਆਨੰਦਮਈ ਦੇ ਨਾਲ ਮੇਰੇ ਅੰਦਰੋਂ ਖਿਆਲ ਦੀ ਸ਼ਕਲ ਦੇ ਵਿੱਚ ਪੈਦਾ ਹੋਇਆ। ਫਿਰ ਕਹਿੰਦੇ ਮੈਂ ਆਪਣੀ ਭੈਣ ਨੂੰ ਕਿਹਾ ਕਿ ਆਪਾਂ ਸਵੇਰੇ ਉਸ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਾਵਾਂਗੇ ਅਤੇ ਤੂੰ ਆਪਣਾ ਜਿਹੜਾ ਘਰ ਵਾਲਾ ਜਾਂ ਮੇਰਾ ਜਿਹੜਾ ਜੀਜਾ ਜੀ ਆ ਉਹਨੂੰ ਨਾਲ ਤਿਆਰ ਕਰਕੇ ਰੱਖੀ, ਪਰ ਇਸ ਚੀਜ਼ ਦਾ ਜਿਹੜਾ ਹੈ ਖਿਆਲ ਰੱਖੀ ਕਿ ਮੇਰੇ ਜੀਜੇ ਨੂੰ ਇਸ ਗੱਲ ਦਾ ਜਿਹੜਾ ਹੈਗਾ ਉਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਉਸ ਦੇ ਜਿਹੜੇ ਭੌਤਿਕਵਾਦੀ ਸੋਚ ਦੇ ਵਿਚਾਰ ਆ ਉਹਨਾਂ ਨੂੰ ਬਦਲਣ ਵਾਸਤੇ ਕਾਲੀ ਮਾਤਾ ਜੀ ਦੇ ਮੰਦਿਰ 'ਚ ਜਾ ਰਹੇ ਹਾਂ। ਅਗਲੇ ਦਿਨ ਕਹਿੰਦੇ ਜਦੋਂ ਸਵੇਰੇ ਮੈਂ ਆਪਣੀ ਭੈਣ ਛੋਟੀ ਰਮਾ ਦੇ ਘਰ ਪਹੁੰਚਿਆ, ਮੈਂ ਦੇਖਿਆ ਕਿ ਬਾਕੀ ਦੋਨੇ ਜਿਹੜੇ ਸੀਗੇ ਤਿਆਰ ਸੀਗੇ। ਅਸੀਂ ਕਹਿੰਦੇ ਤਾਂਗੇ 'ਤੇ ਬੈਠ ਕੇ, ਪਰ ਮੇਰੇ ਜੀਜਾ ਜੀ ਦਾ ਜਿਹੜਾ ਸੁਭਾਅ ਸੀਗਾ ਕਹਿੰਦੇ ਉਹ ਬੜਾ ਮਖੌਲਮਈ ਸੀਗਾ, ਕਿਉਂਕਿ ਉਹਦੀ ਜਿਹੜੀ ਸੋਚ ਸੀ ਖਾਸ ਕਰਕੇ ਜਿਹੜੀ ਸੀਗੀ ਉਹ ਸਾਧੂ ਸੰਤਾਂ ਨੂੰ ਲੈ ਕੇ ਬੜੀਆਂ ਟਿਚਰਾਂ ਅਤੇ ਮਖੌਲਾਂ ਦੇ ਨਾਲ ਭਰੀ ਹੁੰਦੀ ਸੀ। ਟਾਂਗੇ ਵਿੱਚ ਬੈਠੇ ਕਹਿੰਦੇ ਮੇਰੇ ਜੀਜਾ ਜੀ ਨੇ ਮੈਨੂੰ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ, ਕਹਿਣ ਲੱਗੇ ਵੀ ਮਕਾਨ ਦਾ ਤੈਨੂੰ ਇਹ ਨਹੀਂ ਲੱਗਦਾ ਵੀ ਇਹ ਜਿਹੜੇ ਨਿਕੰਮੇ ਅਤੇ ਪਖੰਡੀ ਸਾਧੂ ਆ ਇਹ ਤੈਨੂੰ ਕਿਸ ਤਰ੍ਹਾਂ ਦੇ ਲੱਗਦੇ ਆ। ਫਿਰ ਕਹਿੰਦੇ ਮੇਰੇ ਜੀਜਾ ਜੀ ਕਹਿਣ ਲੱਗੇ, ਕਹਿੰਦੇ ਇਹੋ ਜਿਹੇ ਨਿਕੰਮੇ ਅਤੇ ਪਖੰਡੇ ਸਾਧੂਆਂ ਨੂੰ ਦੇਖ ਕੇ ਕਹਿੰਦੇ ਮੈਨੂੰ ਦੇਖਦੇ ਸਾਰੀ ਪਹਿਲਾਂ ਤਾਂ ਘਿਰਣਾ ਹੋ ਜਾਂਦੀ ਆ, ਅਤੇ ਮੈਂ ਤਾਂ ਇਹ ਸੋਚਦਾ ਹੈਗਾ ਕਿ ਜਾਂ ਤਾਂ ਇਹ ਜਿਹੜੇ ਸਾਧੂ ਹੈ ਹੱਡੀਆਂ ਦੀ ਮੁੱਠ ਹੁੰਦੇ ਆ ਅਤੇ ਜਾਂ ਕਾਫੀ ਹੱਠੇ ਕੱਟੇ ਹੁੰਦੇ ਆ। ਜਦੋਂ ਕਹਿੰਦੇ ਮੇਰੇ ਜੀਜਾ ਸ੍ਰੀ ਸਤੀਸ਼ ਚੰਦਰ ਬੋਸ ਨੇ ਕਹਿੰਦੇ ਤਾਂਗੇ ਦੇ ਵਿੱਚ ਬੈਠਿਆਂ ਇਸ ਤਰ੍ਹਾਂ ਦੇ ਮਖੌਲ ਭਰੀਆਂ ਗੱਲਾਂ ਮੇਰੇ ਨਾਲ ਕੀਤੀਆਂ, ਅਤੇ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੈਂ ਜਵਾਬ ਦੇਣ ਦੀ ਜਗ੍ਹਾ ਬੜਾ ਠਹਾਕਾ ਮਾਰ ਕੇ ਉੱਚੀ ਹੱਸਿਆ, ਜਿਸ ਨੂੰ ਦੇਖ ਕੇ ਮੇਰੇ ਜਿਹੜੇ ਜੀਜਾ ਸੀ ਉਹ ਗੰਭੀਰ ਹੋ ਗਏ ਅਤੇ ਕਹਿੰਦੇ ਚੁੱਪ ਕਰ ਗਏ। ਖੈਰ ਕਹਿੰਦੇ ਜਦੋਂ ਅਸੀਂ ਕਾਲੀ ਮਾਤਾ ਜੀ ਦੇ ਮੰਦਿਰ ਦੇ ਵਿੱਚ ਪਹੁੰਚੇ ਹਾਂ
ਤੇ ਜਦ ਅੰਦਰ ਜਾਣ ਲੱਗੇ ਤੇ ਕਹਿੰਦੇ ਮੇਰੇ ਜੀਜਾ ਜੀ ਨੇ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗੇ, ਕਹਿੰਦੇ ਲੱਗਦਾ ਹੈਗਾ ਕਿ ਅੱਜ ਦੀ ਜਿਹੜੀ ਯਾਤਰਾ ਹੈਗੀ ਆ ਨਾ ਮੈਨੂੰ ਸੁਧਾਰਨ ਵਾਸਤੇ ਕੀਤੀ ਜਾ ਰਹੀ ਆ। ਤੇ ਕਹਿੰਦੇ ਜਦੋਂ ਇਹ ਗੱਲ ਹੋਈ ਤੇ ਕਹਿੰਦੇ ਮੈਂ ਜਿਹੜੇ ਸੀ ਆਪਣੇ ਜੀਜਾ ਜੀ ਨੂੰ ਸਿਰਫ ਇੰਨੀ ਗੱਲ ਹੀ ਕਹੀ ਆ ਕਿ ਤੁਸੀਂ ਹੈ ਨਾ ਚੁੱਪ ਕਰਕੇ ਇਸ ਮੰਦਰ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਆਰਾਮ ਦੇ ਨਾਲ ਬੈਠ ਜਾਓ, ਕਿਉਂਕਿ ਮੈਂ ਇਸ ਮੰਦਰ ਦੇ ਵਿੱਚ ਕੁਛ ਟਾਈਮ ਜਿਹੜਾ ਹੈਗਾ ਉਹ ਧਿਆਨ ਸਾਧਨਾ ਦੇ ਵਿੱਚ ਬਹਿਣਾ ਹੈਗਾ। ਜਦ ਕਹਿੰਦੇ ਇਹ ਗੱਲ ਹੋਈ ਤਾਂ ਮੇਰੇ ਜੀਜਾ ਜੀ ਨੇ ਕਹਿੰਦੇ ਮੇਰੀ ਬਾਂਹ ਫੜ ਕੇ ਮੈਨੂੰ ਕਹਿਣ ਲੱਗੇ, ਕਹਿੰਦੇ ਸ਼੍ਰੀਮਾਨ ਸੰਨਿਆਸੀ ਮਹਾਰਾਜ, ਮੰਦਰ ਦੇ ਪ੍ਰਬੰਧਕਾਂ ਦਾ ਨਾ ਗੱਲਬਾਤ ਕਰਕੇ ਦੁਪਹਿਰ ਦੀ ਰੋਟੀ ਦਾ ਕਹਿੰਦੇ ਇੰਤਜ਼ਾਮ ਜਿਹੜਾ ਹੈਗਾ ਤੈਅ ਕਰਨਾ ਹੈਗਾ, ਕਿਉਂ ਮੈਂ ਇਹਨਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਨਹੀਂ ਕਰਨੀ, ਇਹ ਜ਼ਿੰਮੇਵਾਰੀ ਤੇਰੀ ਹੈਗੀ ਆ। ਕਹਿੰਦੇ ਜਦੋਂ ਮੇਰੇ ਜੀਜਾ ਜੀ ਨੇ ਇੰਨੀ ਗੱਲ ਕਹੀ ਤਾਂ ਮੈਂ ਆਪਣੇ ਜੀਜਾ ਨੂੰ ਕਿਹਾ, ਕਹਿੰਦੇ ਮੈਂ ਕਿਹਾ ਵੀ ਹਾਲ ਦੀ ਘੜੀ ਤਾਂ ਹੈ ਨਾ ਮੈਂ ਤਾਂ ਧਿਆਨ ਕਰਨ ਜਾ ਰਿਹਾ ਹੈਗਾ, ਅਤੇ ਬਾਕੀ ਰਹੀ ਖਾਣੇ ਦੀ ਗੱਲ, ਖਾਣੇ ਦੀ ਚਿੰਤਾ ਤੋਂ ਤੁਸੀਂ ਮਤ ਕਰੋ, ਕਿਉਂਕਿ ਜਗਨ ਮਾਤਾ ਜਿਹੜੀ ਆ ਸਭ ਆਪਣੇ ਆਪ ਸੰਭਾਲ ਲੈ ਪਏਗੀ। ਅਤੇ ਕਹਿੰਦੇ ਜਦ ਮੈਂ ਇਹ ਗੱਲ ਕਹੀ ਤਾਂ ਮੇਰੇ ਜੀਜਾ ਜੀ ਕਹਿਣ ਲੱਗੇ ਕਿ ਕਹਿੰਦੇ ਮੈਨੂੰ ਜਗਨ ਮਾਤਾ ਦਾ ਪਤਾ ਨਹੀਂ, ਮੈਂ ਤਾਂ ਤੈਨੂੰ ਇੰਨਾ ਕਹਿਣਾ ਕਿ ਖਾਣੇ ਦੀ ਜ਼ਿੰਮੇਵਾਰੀ ਸਿਰਫ ਤੇਰੀ ਹੈਗੀ ਹੈ ਦੁਪਹਿਰ ਦੀ। ਕਹਿੰਦੇ ਜਦੋਂ ਇੰਨੀ ਗੱਲ ਕਹੀ ਤਾਂ ਫਿਰ ਪਰਮਹੰਸ ਜੋਗਨਾਥ ਜੀ ਕਹਿੰਦੇ ਕਿ ਮੈਂ ਇੱਕ ਹੈ ਨਾ ਨਵੇਕਲੀ ਜਿਹੀ ਜਗ੍ਹਾ ਦੇਖ ਕੇ, ਇੱਕ ਥੰਮਲਾ ਸੀਗਾ ਜਿੱਥੇ ਥੋੜ੍ਹੀ ਜਿਹੀ ਛਾਂ ਸੀਗੀ, ਮੈਂ ਉਹਦੇ ਕੋਲ ਜਿਹੜੀ ਸੀ ਜਗ੍ਹਾ ਬਣਾ ਕੇ ਪਦਮ ਆਸਣ ਲਾ ਕੇ ਤੇ ਉਹਦੇ ਵਿੱਚ ਧਿਆਨ ਦੀ ਮੁਦਰਾ ਦੇ ਵਿੱਚ ਬੈਠ ਗਿਆ। ਜਦ ਧਿਆਨ ਦੀ ਮੁਦਰਾ 'ਚ ਬੈਠਾ, ਹਜੇ ਕਹਿੰਦੇ ਕੁਛ ਟਾਈਮ ਹੀ ਬੈਠਾ ਨਹੀਂ ਹੋਇਆ, ਸੰਸਾਰੀ ਸੋਚ ਮੇਰੀ ਜਿਹੜੀ ਸੀ ਉਹ ਬਾਹਰਲੀ ਪੂਰੀ ਬੰਦ ਹੋ ਗਈ, ਅੰਦਰਲੀ ਸੋਚ ਸ਼ੁਰੂ ਹੋ ਗਈ ਅਤੇ ਮੇਰਾ ਧਿਆਨ ਜਿਹੜਾ ਸੀਗਾ ਸ਼੍ਰੀ ਕਾਲੀ ਮਾਤਾ ਜੀ ਦੇ ਜਿਹੜੇ ਧਿਆਨ ਦੇ ਵਿੱਚ ਜੁੜ ਗਿਆ। ਜਦ ਕਹਿੰਦੇ ਕਾਲੀ ਮਾਤਾ ਦੇ ਧਿਆਨ ਦੇ ਵਿੱਚ ਜੁੜਿਆ ਹੈਗਾ ਅਤੇ ਜਦੋਂ ਮੈਂ ਕਹਿੰਦੇ ਬੈਠਾ ਸੀਗਾ ਉਸ ਟਾਈਮ ਤਕਰੀਬਨ ਸਵੇਰ ਦੇ 7 ਵਜੇ ਸੀਗੇ ਅਤੇ ਜਿਹੜੀ ਧੁੱਪ ਸੀਗੀ ਉਹ ਵੀ ਕਾਫੀ ਜਿਹੜੀ ਸੀ ਤਿੱਖੀ ਨਿਕਲ ਚੁੱਕੀ ਸੀਗੀ। ਪਰ ਜਿਉਂ ਕਹਿੰਦੇ ਮੈਂ ਧਿਆਨ ਦੇ ਵਿੱਚ ਬੈਠਾ, ਧਿਆਨ 'ਚ ਬੈਠਿਆਂ ਹੈ ਨਾ ਮੇਰੇ ਮਨ ਦੇ ਅੰਦਰ ਇਹ ਖਿਆਲ ਪੈਦਾ ਹੋਇਆ ਕਿ ਇਹ ਜਿਹੜੀ ਕਾਲੀ ਮਾਤਾ ਹੈਗੀ ਆ, ਇਹ ਕਾਲੀ ਮਾਤਾ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਹੈਗੇ ਆ, ਉਹਨਾਂ ਦੀ ਇਸ਼ਟ ਦੇਵੀ ਜਿਹੜੀ ਉਹ ਮੰਨੀ ਜਾਂਦੀ ਆ, ਕਿਉਂਕਿ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਦੀ ਜਿਹੜੀ ਹੈ ਨਾ ਵਿਆਕੁਲਤਾ ਪੂਰਨ ਪੁਕਾਰ ਸੁਣ ਕੇ ਇਹ ਜਿਹੜੀ ਦੇਵੀ ਆ ਜੀਵੰਤ ਰੂਪ ਹੋ ਕੇ ਰਾਮ ਕ੍ਰਿਸ਼ਨ ਪਰਮਹੰਸ ਉਹਨਾਂ ਦੇ ਨਾਲ ਇਹ ਗੱਲਬਾਤ ਕਰਦੀ ਆ। ਕਹਿੰਦੇ ਇਸ ਤਰ੍ਹਾਂ ਧਿਆਨ ਕਰਦਿਆਂ ਮੇਰੇ ਅੰਦਰ ਜਿਹੜੀ ਸੀ ਇਹ ਇੱਕ ਬੇਨਤੀ ਇਹ ਵੀ ਉੱਠੀ ਆ ਕਿ ਮੈਂ ਜਿਹੜੀ ਸੀ ਇਸ ਕਾਲੀ ਮਾਤਾ ਜੀ ਦੇ ਅੱਗੇ ਇਹ ਵੀ ਅਰਜ਼ੋਈ ਕੀਤੀ ਸੀਗੀ ਕਿ ਤੁਸੀਂ ਹੈ ਨਾ ਆਪਣੇ ਪਿਆਰੇ ਭਗਤ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਦੀ ਪੁਕਾਰ ਸੁਣ ਕੇ ਜਿਹੜੇ ਹੈ ਨਾ ਉਹ ਜੀਵਤ ਹੋ ਉੱਠਦੇ ਆ, ਅਤੇ ਪਰ ਕਹਿੰਦੇ ਅੱਜ ਤੁਸੀਂ ਇੱਕ ਪੁੱਤਰ ਦਾ ਪ੍ਰਲਾਪ ਕਿਉਂ ਨਹੀਂ ਸੁਣਦੇ। ਕਹਿੰਦੇ ਇਹ ਮੈਂ ਜਦੋਂ ਅਰਜ਼ੋਈ ਕੀਤੀ ਸੀਗੀ, ਉਸ ਤੋਂ ਬਾਅਦ ਕਹਿੰਦੇ ਧਿਆਨ ਦੀ ਇਸੇ ਕਿਰਿਆ ਦੇ ਵਿੱਚ ਤਕਰੀਬਨ 5 ਘੰਟੇ ਮੈਂ ਕਹਿੰਦੇ ਬੜਾ ਮਗਨ ਹੋ ਕੇ ਬੈਠਾ ਰਿਹਾ, ਪਰ ਕਾਲੀ ਦੇਵੀ ਵੱਲੋਂ ਕਹਿੰਦੇ ਕੋਈ ਜਿਹੜਾ ਸੀ ਉਹ ਮੇਰੀ ਪ੍ਰਾਰਥਨਾ ਦਾ ਕੋਈ ਉੱਤਰ ਨਹੀਂ ਆਇਆ। ਜਦ ਉੱਤਰ ਨਹੀਂ ਆਇਆ ਕਹਿੰਦੇ ਮਨ ਦੇ ਅੰਦਰ ਹੈ ਨਾ ਮੈਂ ਬੜਾ ਨਿਰਾਸ਼ ਹੋ ਗਿਆ। ਜਦ ਕਹਿੰਦੇ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਕੀ ਦੇਖਿਆ ਕਿ ਜਿਹੜਾ ਪੁਜਾਰੀ ਸੀਗਾ ਮੰਦਰ ਦਾ, ਉਹ ਜਿਹੜੇ ਦਰਵਾਜ਼ੇ ਸੀਗੇ ਉਸ ਮੰਦਰ ਦੇ ਜੋ ਨਿਯਮ ਕਾਨੂੰਨ ਸੀਗਾ ਉਹਦੇ ਮੁਤਾਬਕ ਸਾਰੇ ਦਰਵਾਜ਼ੇ ਬੰਦ ਕਰ ਰਿਹਾ ਸੀਗਾ। ਜਦੋਂ ਕਹਿੰਦੇ ਦਰਵਾਜ਼ੇ ਬੰਦ ਕਰ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਦ ਉੱਠ ਕੇ ਕੀ ਦੇਖਿਆ ਕਿ ਜਿਹੜਾ ਫਰਸ਼ ਸੀਗਾ ਸੰਗਮਰਮਰ ਦਾ, ਜਿਹਦੇ ਉੱਤੇ ਮੈਂ ਪਦਮ ਆਸਣ ਲਾ ਕੇ ਬੈਠਾ ਸੀਗਾ, ਉਹ ਵੀ ਕਾਫੀ ਗਰਮ ਹੋ ਗਿਆ ਸੀਗਾ, ਉਹਦਾ ਸੇਕ ਮੈਨੂੰ ਪਹੁੰਚਿਆ। ਮੈਂ ਕਹਿੰਦੇ ਉੱਠ ਕੇ ਹੈ ਨਾ ਉਹ ਬਰਾਂਡਾ ਛੱਡ ਕੇ ਤਾਂ ਮੰਦਰ ਦੇ ਵਿਹੜੇ ਦੇ ਵਿੱਚ ਆ ਗਿਆ। ਜਦ ਵਿਹੜੇ ਦੇ ਵਿੱਚ ਆਇਆ ਤਾਂ ਕਹਿੰਦੇ ਬੜੇ ਮੈਂ ਹੈ ਨਾ ਰੋਸ ਪੂਰਵ ਜਿਹੜੇ ਸੀਗੇ ਉਹ ਦਿਲ ਦੇ ਵਿੱਚ ਜਿਹੜੀ ਸੀ ਇਹ ਗੱਲ ਕਾਲੀ ਮਾਤਾ ਜੀ ਦੇ ਅੱਗੇ ਕੀਤੀ ਆ, ਇਹ ਗੱਲ ਕਹੀ ਆ ਕਿ ਹੇ ਜਗਨ ਮਾਤਾ ਵੀ ਤੂੰ ਤਾਂ ਮੈਨੂੰ ਦਰਸ਼ਨ ਤਾਂ ਨਹੀਂ ਦਿੱਤੇ ਅਤੇ ਆਪਣੇ ਜਿਹੜੇ ਮੰਦਰ ਦੇ ਦਰਵਾਜ਼ੇ ਆ ਉਹ ਵੀ ਬੰਦ ਕਰਕੇ ਪਿੱਛੇ ਛੁਪ ਗਈ ਆ, ਅਤੇ ਪਰ ਮੈਂ ਆਪਣੇ ਜੀਜਾ ਜੀ ਲਈ ਇੱਕ ਖਾਸ ਬੇਨਤੀ, ਇੱਕ ਖਾਸ ਪ੍ਰਾਰਥਨਾ ਜਿਹੜੀ ਸੀ ਉਹ ਆਪ ਜੀ ਦੇ ਚਰਨਾਂ 'ਚ ਕਰਨਾ ਚਾਹੁੰਦਾ ਸੀਗਾ। ਜਦ ਕਹਿੰਦੇ ਮੈਂ ਇੰਨੀ ਗੱਲ ਰੋਸਮਈ ਪੂਰਨ ਤਰੀਕੇ ਦੇ ਨਾਲ ਜਦ ਵਿਹੜੇ ਵਿੱਚ ਤੁਰਦਿਆਂ ਜਿਹੜੀ ਸੀ ਉਹ ਕਾਲੀ ਮਾਤਾ ਜੀ ਦੇ ਅੱਗੇ ਕੀਤੀ ਆ, ਅਚਨਚੇਤ ਕਹਿੰਦੇ ਮੇਰੀ ਪ੍ਰਾਰਥਨਾ ਦਾ ਐਸਾ ਅਸਰ ਹੋਇਆ ਕਿ ਮੇਰੇ ਪਿੱਠ ਅਤੇ ਪੈਰਾਂ ਦੀਆਂ ਜਿਹੜੀਆਂ ਤਲੀਆਂ ਸੀਗੀਆਂ ਉਹਦੇ ਅੰਦਰ ਇੱਕ ਹੈ ਨਾ ਆਨੰਦਮਈ ਝਰਨਾਹਟ ਸ਼ੁਰੂ ਹੋ ਗਈ। ਜਦ ਕਹਿੰਦੇ ਪੈਰਾਂ ਦੀਆਂ ਤਲੀਆਂ ਅਤੇ ਪਿੱਠ ਦੇ ਵਿੱਚ ਆਨੰਦਮਈ ਝਰਨਾਹਟ ਸ਼ੁਰੂ ਹੋਈ ਆ, ਉਸ ਤੋਂ ਬਾਅਦ ਮੇਰਾ ਸਾਰਾ ਦਰਦ ਜਿਹੜਾ ਸੀ ਦੂਰ ਹੋ ਗਿਆ। ਪਰ ਮੈਂ ਅਚੰਭਤ ਹੋ ਗਿਆ, ਇੱਕ ਐਸਾ ਦ੍ਰਿਸ਼ ਜਿਹੜਾ ਹੈ ਨਾ ਮੇਰੇ ਸਾਹਮਣੇ ਪ੍ਰਗਟ ਹੋ ਗਿਆ ਕਿ ਜਿਸ ਨੂੰ ਦੇਖ ਕੇ ਹੈ ਨਾ ਮੈਂ ਹੱਕਾ ਬੱਕਾ ਹੋ ਗਿਆ। ਉਹ ਦ੍ਰਿਸ਼ ਕੀ ਸੀਗਾ, ਕਹਿੰਦੇ ਜਿਹੜਾ ਸਾਰਾ ਮੰਦਰ ਸੀਗਾ ਨਾ ਕਾਲੀ ਮਾਤਾ ਜੀ ਦਾ, ਇਹ ਮੰਦਰ ਜਿਹੜਾ ਸੀਗਾ ਇਹ ਮੰਦਰ ਹੌਲੀ ਹੌਲੀ ਕਹਿੰਦੇ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ। ਜਦ ਮੰਦਰ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿਹੜੇ ਮੰਦਰ ਦੇ ਪੁਜਾਰੀ ਨੇ ਬੰਦ ਕੀਤੇ ਦਰਵਾਜ਼ੇ ਸੀ ਉਹ ਵੀ ਆਪਣੇ ਆਪ ਖੁੱਲ੍ਹ ਗਏ। ਜਦ ਆਪਣੇ ਆਪ ਖੁੱਲ੍ਹ ਗਏ ਅਤੇ ਜਿਹੜੀ ਪਿੱਛੇ ਕਾਲੀ ਮਾਤਾ ਦੀ ਮੂਰਤੀ ਸੀਗੀ ਉਹਨੇ ਵੀ ਬੜਾ ਵਿਸ਼ਾਲਮਈ ਰੂਪ ਧਾਰਨ ਕਰ ਲਿਆ ਅਤੇ ਉਹ ਜਿਹੜੀ ਮੂਰਤੀ ਸੀ ਜੀਵੰਤ ਰੂਪ ਹੋ ਕੇ ਜਿਹੜੀ ਸੀ ਉਹ ਸਾਹਮਣੇ ਆ ਕੇ ਖੜੀ ਹੋ ਗਈ।
ਜਦ ਸਾਹਮਣੇ ਆ ਕੇ ਖੜੀ ਹੋ ਗਈ ਤੇ ਕਹਿੰਦੇ ਮੈਂ ਹੱਕਾ ਬੱਕਾ ਹੋ ਗਿਆ। ਮੈਂ ਕੀ ਦੇਖਿਆ, ਉਸੇ ਹੀ ਮੂਰਤੀ ਨੇ ਬੜੇ ਅਸ਼ੀਰਵਾਦ ਮੁਦਰਾ ਦੇ ਵਿੱਚ ਕਹਿੰਦੇ ਮੇਰੇ ਵੱਲ ਦੇਖਿਆ। ਦੇਖਦੇ ਸਾਰ ਕਹਿੰਦੇ ਫਿਰ ਉਸੇ ਹੀ ਮੂਰਤੀ ਨੇ ਫਿਰ ਸਿਰ ਹਿਲਾਤਾ। ਜਦੋਂ ਕਹਿੰਦੇ ਸਿਰ ਹਿਲਾਤਾ ਤੇ ਮੈਂ ਕਹਿੰਦੇ ਕੁਛ ਜਿਹੜਾ ਸੀਗਾ ਉਸ ਦੇ ਇਸ਼ਾਰੇ ਨੂੰ ਕਹਿੰਦੇ ਸਮਝ ਤਾਂ ਸਕਿਆ, ਪਰ ਕਹਿੰਦੇ ਮੈਂ ਜਦ ਉਸ ਜਿਹੜੀ ਮਾਤਾ ਜੀ ਨੂੰ ਥੋੜ੍ਹਾ ਪ੍ਰਣਾਮ ਕਰਨ ਵਾਸਤੇ ਥੋੜ੍ਹਾ ਜਿਹਾ ਸਰੀਰ ਨੂੰ ਝੁਕਿਆ ਦਾ ਯਤਨ ਕੀਤਾ। ਮੈਂ ਕੀ ਦੇਖਿਆ ਕਿ ਜਿਹੜਾ ਮੇਰਾ ਸਰੀਰ ਸੀਗਾ ਪੂਰੀ ਤਰ੍ਹਾਂ ਸਥਿਰ ਹੋ ਚੁੱਕਾ ਸੀਗਾ, ਕਿਉਂਕਿ ਸਰੀਰ ਦੇ ਵਿੱਚ ਜੜਤਾ ਨਹੀਂ ਸੀਗੀ। ਅਤੇ ਮੇਰੇ ਸਰੀਰ ਦੇ ਵਿੱਚ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੇਰੇ ਸਰੀਰ ਦੇ ਜਿਹੜੇ ਸਾਰੇ ਸਵਾਸ ਆ ਜਿਵੇਂ ਕਿਸੇ ਪਿਚਕਾਰੀ ਦੇ ਨਾਲ ਕਿਸੇ ਨੇ ਬਾਹਰ ਖਿੱਚ ਲਏ ਹੋਣ। ਪਰ ਮੈਂ ਪੂਰਾ ਚੇਤਨ ਆਨੰਦ ਦੇ ਵਿੱਚ ਜਿਹੜਾ ਸੀਗਾ ਇਹ ਸਾਰਾ ਦ੍ਰਿਸ਼ ਜਿਹੜਾ ਸੀ ਉਹ ਦੇਖ ਰਿਹਾ ਸੀਗਾ। ਇਹਦੇ ਵਿੱਚ ਕਹਿੰਦੇ ਵੀ ਮੈਂ ਆਪਣੇ ਹੱਥ ਪੈਰ ਨੂੰ ਥੋੜ੍ਹਾ ਹਿਲਾਉਣ ਦਾ ਯਤਨ ਕੀਤਾ। ਮੈਂ ਕੀ ਦੇਖਿਆ ਕਿ ਮੇਰੇ ਜਿਹੜੇ ਹੱਥ ਸੀਗੇ ਉਹ ਵੀ ਹਿੱਲ ਰਹੇ ਸੀ, ਤਾਂ ਮੈਂ 3-4 ਕਦਮਾਂ ਖੱਬੇ ਸੱਜੇ ਵੀ ਜਾ ਸਕਦਾ ਸੀਗਾ। ਪਰ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੇਰਾ ਸਰੀਰ ਕੇਵਲ ਅਤੇ ਕੇਵਲ ਆਕਾਸ਼ ਤੱਤ ਦਾ ਰਹਿ ਗਿਆ ਹੋਵੇ ਅਤੇ ਇਹ ਆਕਾਸ਼ ਤੱਤ ਦਾ ਬਣਿਆ ਹੋਇਆ ਸਰੀਰ ਆਕਾਸ਼ ਦੇ ਵਿੱਚ ਉੱਡਣ ਦੀ ਤਿਆਰੀ ਦੇ ਵਿੱਚ ਹੋਵੇ। ਉਸ ਤੋਂ ਬਾਅਦ ਫਿਰ ਪਰਮਹੰਸ ਜੋਗਾਨੰਦ ਜੀ ਨੇ ਦੱਸਿਆ ਕਿ ਮੈਂ ਖੱਬੇ ਸੱਜੇ ਜਦ ਨਜ਼ਰ ਮਾਰੀ ਤਾਂ ਮੈਂ ਕੀ ਦੇਖਿਆ ਕਿ ਮੇਰੇ ਖੱਬੇ ਪਾਸੇ ਗੰਗਾ ਨਦੀ ਘਾਟ ਦੇ ਉੱਪਰ ਮੈਂ ਕਈਆਂ ਮੀਲਾਂ ਤੱਕ ਜਿਹੜਾ ਸੀਗਾ ਉਹ ਦੇਖ ਸਕਦਾ ਸੀਗਾ। ਉਸ ਤੋਂ ਬਾਅਦ ਕਹਿੰਦੇ ਮੈਂ ਹੋਰ ਵੀ ਹੈਰਾਨ ਹੋਇਆ ਜਦੋਂ ਉਸ ਮੰਦਿਰ ਦੀਆਂ ਜਿਹੜੀਆਂ ਸਾਰੀਆਂ ਕੰਧਾਂ ਸੀਗੀਆਂ ਸਾਰੀਆਂ ਪਾਰਦਰਸ਼ੀ ਹੋ ਗਏ ਝਿੱਲ ਮੜਾਉਣ ਲੱਗੀਆਂ, ਅਤੇ ਮੈਂ ਦੂਰ ਦੂਰ ਤੱਕ ਜਿਹੜੇ ਆ ਉਹਨਾਂ ਪਾਰਦਰਸ਼ੀ ਕੰਧਾਂ ਦੇ ਵਿੱਚੋਂ ਸਾਰੇ ਲੋਕਾਂ ਨੂੰ ਘੁੰਮਦਾ ਫਿਰਦਾ ਜਿਹੜਾ ਸੀਗਾ ਉਹ ਆਮ ਦੇਖਣ ਲੱਗਾ। ਇਹਦੇ ਵਿੱਚ ਕਹਿੰਦੇ ਵੀ ਮੈਂ ਜਿਹੜੀਆਂ ਸੀ ਆਪਣੀਆਂ ਅੱਖਾਂ ਨੂੰ ਖੋਲ੍ਹ ਕੇ ਵੀ ਦੇਖਿਆ, ਬੰਦ ਕਰਕੇ ਵੀ ਦੇਖਿਆ, ਪਰ ਇਹ ਦ੍ਰਿਸ਼ ਜਿਹੜਾ ਸੀਗਾ ਇਸੇ ਤਰ੍ਹਾਂ ਜਿਹੜਾ ਸੀਗਾ ਉਹ ਚੱਲਦਾ ਰਿਹਾ। ਇਹਦੇ ਵਿੱਚ ਕਹਿੰਦੇ ਮੈਂ ਕੀ ਦੇਖਿਆ ਕਿ ਜਿਹੜੀ ਮੰਦਿਰ ਦੀ ਮੂਰਤੀ ਸੀ ਉਹ ਬਹੁਤ ਵੱਡਾ ਜਿਹੜਾ ਆਕਾਰ ਦਾ ਰੂਪ ਧਾਰਨ ਕਰਕੇ ਕਹਿੰਦੇ ਉਸੇ ਤਰ੍ਹਾਂ ਖੜੀ ਸੀ ਅਤੇ ਬੜੇ ਹੀ ਕਹਿੰਦੇ ਅਸ਼ੀਰਵਾਦ ਮੁਦਰਾ ਦੇ ਵਿੱਚ ਕਹਿੰਦੇ ਮੈਨੂੰ ਤੱਕ ਰਹੀ ਸੀ। ਉਸ ਤੋਂ ਬਾਅਦ ਕਹਿੰਦੇ ਮੈਂ ਕੀ ਦੇਖਿਆ ਕਿ ਇੱਥੇ ਹੀ ਆਕਾਸ਼ ਦੇ ਵਿੱਚ ਚਿੱਟੇ ਨੀਲੇ ਅਤੇ ਇੰਦਰ ਧਨੁਸ਼ ਦੇ ਜਿਹੜੇ ਰੰਗ ਸੀਗੇ ਅਤੇ ਕਹਿੰਦੇ ਉਹ ਪੂਰੇ ਆਕਾਸ਼ ਦੇ ਵਿੱਚ ਫੈਲ ਰਹੇ ਸੀ ਅਤੇ ਆਕਾਸ਼ ਜਿਹੜਾ ਸੀਗਾ ਪੀਲੇ ਪ੍ਰਕਾਸ਼ਮਈ ਦੇ ਨਾਲ ਪੂਰਾ ਭਰਿਆ ਨਜ਼ਰ ਆ ਰਿਹਾ ਸੀਗਾ। ਇਸ ਤੋਂ ਬਾਅਦ ਕਹਿੰਦੇ ਵੀ ਇਸ ਘਟਨਾ ਦੇ ਵਿੱਚ ਮੈਂ ਕੀ ਪ੍ਰਤੀਤ ਕੀਤਾ ਹੈਗਾ ਕਿ ਜਿਹੜਾ ਮੇਰਾ ਜੀਜਾ ਹੈਗਾ ਉਹ ਮੇਰਾ ਜੀਜਾ ਵੀ ਜਿਹੜਾ ਸੀ ਉਹ ਮੰਦਿਰ ਦੇ ਪਿਛਲੇ ਪਾਸੇ ਇੱਕ ਕੰਡਿਆਲੀਆ ਜਿਹੜਾ ਦਰਖਤ ਸੀਗਾ ਉਹਦੇ ਥੱਲੇ ਜਿਹੜਾ ਸੀਗਾ ਬੈਠਾ ਮੈਨੂੰ ਦਿਖਾਈ ਦਿੱਤਾ। ਉਸ ਤੋਂ ਬਾਅਦ ਕਹਿੰਦੇ ਫਿਰ ਜਦੋਂ ਮੈਂ ਆਪਣੇ ਜੀਜੇ ਦੇ ਵੱਲ ਧਿਆਨ ਇਕਾਗਰ ਕੀਤਾ ਅਤੇ ਮੈਂ ਆਪਣੇ ਜੀਜੇ ਦੇ ਜਿਹੜੇ ਮਨ ਦੇ ਵਿਚਾਰ ਸੀਗੇ ਜਦ ਉਹਨਾਂ ਨੂੰ ਪੜ੍ਹਨ ਦਾ ਯਤਨ ਕੀਤਾ ਅਤੇ ਮੈਂ ਕਹਿੰਦੇ ਇਹ ਜਿਹੜਾ ਸੀਗਾ ਅਨੁਭਵ ਕੀਤਾ ਕਿ ਮੇਰੇ ਜੀਜੇ ਦੇ ਜਿਹੜੇ ਵਿਚਾਰ ਹੈਗੇ ਆ ਉਹ ਇਸ ਮੰਦਿਰ ਦੀਆਂ ਪਵਿੱਤਰ ਤਰੰਗਾਂ ਦੇ ਨਾਲ ਕਹਿੰਦੇ ਉਨਤ ਹੋ ਰਹੇ ਆ। ਪਰ ਕਹਿੰਦੇ ਜਦੋਂ ਮੈਂ ਆਪਣੇ ਬਾਰੇ ਖਿਆਲ ਜਿਹੜੇ ਮੇਰੇ ਜੀਜੇ ਦੇ ਅੰਦਰ ਸੀਗੇ ਜਦ ਉਹਨਾਂ ਨੂੰ ਪੜ੍ਹਨ ਦਾ ਯਤਨ ਕੀਤਾ ਅਤੇ ਮੇਰੇ ਜੀਜੇ ਦੇ ਮਨ ਦੇ ਅੰਦਰ ਅਜੇ ਵੀ ਮੇਰੇ ਬਾਰੇ ਖਿਆਲ ਜਿਹੜੇ ਸੀਗੇ ਉਹ ਇੰਨੇ ਠੀਕ ਠਾਕ ਨਹੀਂ ਸੀਗੇ। ਉਸ ਤੋਂ ਬਾਅਦ ਕਹਿੰਦੇ ਫਿਰ ਕੀ ਹੋਇਆ ਕਿ ਮੈਂ ਆਪਣਾ ਚਿਹਰਾ ਕਾਲੀ ਮਾਤਾ ਦਾ ਜਿਹੜੀ ਮੂਰਤੀ ਬਹੁਤ ਵੱਡੇ ਆਕਾਰ 'ਚ ਖੜੀ ਸੀ ਜਦ ਉੱਧਰ ਨੂੰ ਕੀਤਾ ਉੱਧਰ ਨੂੰ ਕਰਕੇ ਮੈਂ ਕਹਿੰਦੇ ਬੜੇ ਹੀ ਜਿਹੜੇ ਆਦਰ ਭਾਵ ਦੇ ਨਾਲ ਬੇਨਤੀ ਇਹ ਕੀਤੀ ਆ ਕਿ ਹੇ ਕਾਲੀ ਮਾਤਾ ਕੀ ਤੁਸੀਂ ਮੇਰੇ ਜੀਜੇ ਦਾ ਜਿਹੜਾ ਅਧਿਆਤਮਕ ਪ੍ਰਵਿਰਤੀ ਆ ਉਹਦੇ ਵਿੱਚ ਤੁਸੀਂ ਸਾਡੀ ਜਿਹੜੀ ਆ ਕੋਈ ਮਦਦ ਨਹੀਂ ਕਰ ਸਕਦੇ। ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਦੀ ਜਿਹੜੀ ਸੀ ਉਹ ਬੇਨਤੀ ਕੀਤੀ ਆ ਅਤੇ ਕਹਿੰਦੇ ਉਹ ਜਿਹੜੀ ਮੂਰਤੀ ਸੀ ਕਾਲੀ ਮਾਤਾ ਜੀ ਦੀ ਕਹਿੰਦੇ ਉਹ ਬੋਲ ਪਈ ਅਤੇ ਕਹਿੰਦੇ ਮੈਨੂੰ ਕਾਲੀ ਮਾਤਾ ਕਹਿਣ ਲੱਗੀ ਕਿ ਤੇਰੀ ਕਾਮਨਾ ਜਿਹੜੀ ਆ ਪੂਰੀ ਹੋਵੇਗੀ। ਜਦ ਕਹਿੰਦੇ ਇਸ ਤਰ੍ਹਾਂ ਜਿਹੜੀ ਸੀਗੀ ਉਹ ਸਾਰੀ ਖੇਡ ਸ਼ੁਰੂ ਹੋ ਗਈ। ਕਹਿੰਦੇ ਉਸ ਤੋਂ ਬਾਅਦ ਮੈਂ ਕੀ ਦੇਖਿਆ ਕਿ ਮੇਰਾ ਜਿਹੜਾ ਜੀਜਾ ਸੀਗਾ ਉਹ ਮੰਦਿਰ ਦੇ ਪਿਛਲਵਾੜਲੇ ਪਾਸੇ ਜਦੋਂ ਬੈਠਾ ਸੀਗਾ ਉਹ ਇੱਕ ਪਾਸੇ ਨੂੰ ਦੌੜਨ ਲੱਗ ਪਿਆ। ਜਦ ਕਹਿੰਦੇ ਇੱਕ ਪਾਸੇ ਨੂੰ ਦੌੜਨ ਲੱਗਾ ਅਤੇ ਕਹਿੰਦੇ ਉਹਦੇ ਵਿੱਚ ਮੈਂ ਕੀ ਦੇਖਿਆ ਮੇਰਾ ਜੀਜਾ ਬੜਾ ਹੀ ਅੱਗ ਬਬੂਲਾ ਹੋ ਕੇ ਉੱਪਰ ਨੂੰ ਮੁੱਕਾ ਚੱਕੀ ਕਹਿੰਦੇ ਮੇਰੇ ਵੱਲ ਨੂੰ ਭਜਾ ਰਿਹਾ ਸੀਗਾ। ਪਰ ਇਹ ਜਿਹੜਾ ਦ੍ਰਿਸ਼ ਸੀਗਾ ਉਸ ਮੰਦਿਰ ਦਾ ਵੱਡਾ ਹੋ ਜਾਣਾ, ਉਸ ਮੰਦਿਰ ਦੇ ਵਿੱਚ ਜੋ ਵੀ ਚੀਜ਼ ਹਰੇਕ ਪਾਰਦਰਸ਼ੀ ਹੋ ਜਾਣੀ, ਜਿਹੜੀ ਦੁਨੀਆ ਹੈਗੀ ਆ ਉਹ ਇਸ ਤਰ੍ਹਾਂ ਜਿਹੜੀ ਆ ਉਹ ਬਿਲਕੁਲ ਜਿਸੇ ਰੂਪ ਦੇ ਵਿੱਚ ਤੁਰਦੀ ਫਿਰਦੀ ਉਸੇ 'ਚ ਜਿਹੜੀ ਨਜ਼ਰ ਆਉਣੀ, ਪਰ ਮੰਦਿਰ ਅਤੇ ਕਾਲੀ ਮਾਤਾ ਦੀ ਮੂਰਤੀ ਦਾ ਵਿਸ਼ਾਲ ਹੋ ਜਾਣਾ ਅਤੇ ਇਸ ਗੰਗਾ ਸਾਗਰ ਤੋਂ ਦੂਰ ਮੀਲਾਂ ਤੱਕ ਦੇਖਣਾ ਜਿਹੜਾ ਕਹਿੰਦੇ ਇਹ ਮੈਨੂੰ 1 ਘੰਟਾ ਇਸੇ ਤਰ੍ਹਾਂ ਇਸ ਦ੍ਰਿਸ਼ ਦੇ ਵਿੱਚ ਸਭ ਕੁਝ ਨਜ਼ਰ ਆਉਂਦਾ ਸੀਗਾ। ਪਰ ਜਦੋਂ ਕਹਿੰਦੇ ਮੇਰੇ ਜੀਜਾ ਜੀ ਜਿਹੜੇ ਸੀ ਬੜੇ ਗੁੱਸੇ ਵਿੱਚ ਅੱਗ ਬਬੂਲੇ ਹੋ ਕੇ ਮੇਰੇ ਵੱਲ ਨੂੰ ਆਏ, ਉਸ ਟਾਈਮ ਇਹ ਜਿਹੜਾ ਸਾਰਾ ਦ੍ਰਿਸ਼ ਸੀਗਾ ਉਸ ਮੰਦਿਰ ਦਾ ਕਹਿੰਦੇ ਉਹ ਅਲੋਪ ਹੋ ਗਿਆ। ਜਦ ਕਹਿੰਦੇ ਅਲੋਪ ਹੋ ਗਿਆ ਉਸ ਤੋਂ ਬਾਅਦ ਫਿਰ ਕਹਿੰਦੇ ਜਦ ਮੇਰਾ ਜੀਜਾ ਜਿਹੜਾ ਸੀਗਾ ਉਹ ਮੇਰੇ ਕੋਲ ਆ ਗਿਆ, ਮੇਰੇ ਕੋਲ ਆਉਂਦਿਆਂ ਕਹਿੰਦੇ ਮੈਨੂੰ ਬੜੇ ਜ਼ੋਰ ਨਾਲ ਕਹਿਣ ਲੱਗਾ ਕਿ ਕਈ ਘੰਟੇ ਹੋ ਗਏ ਆ, ਕਹਿੰਦੇ ਇਹਨਾਂ ਘੰਟਿਆਂ ਦੇ ਵਿੱਚ ਕਹਿੰਦੇ ਮੈਂ ਦੇਖ ਰਿਹਾ ਹਾਂ ਤੂੰ ਚੌਂਕੜੀ ਮਾਰ ਕੇ ਕਹਿੰਦੇ ਅੱਖਾਂ ਚੜ੍ਹਾਈ ਬੈਠਾ ਹੈਗਾ, ਪਰ ਮੈਂ ਤੈਨੂੰ ਰੋਟੀ ਦਾ ਕਿਹਾ ਸੀ, ਕਹਿੰਦੇ ਕਿੱਥੇ ਆ ਸਾਡੀ ਰੋਟੀ, ਕਹਿੰਦੇ ਹੁਣ ਤਾਂ ਮੰਦਿਰ ਵੀ ਬੰਦ ਹੋ ਗਿਆ,
ਕਹਿੰਦੇ ਜਦੋਂ ਮੇਰੇ ਜੀਜੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉੱਚੀ ਉੱਚੀ ਕੀਤੀਆਂ ਤੇ ਕਹਿੰਦੇ ਉਸ ਟਾਈਮ ਕਾਲੀ ਮਾਤਾ ਦੇ ਜਿਹੜੇ ਦਰਸ਼ਨਾਂ ਦੀ ਖੁਮਾਰੀ ਸੀ ਪਰਮਹੰਸ ਜੀ ਕਹਿੰਦੇ ਕਿ ਮੈਨੂੰ ਚੜ੍ਹੀ ਹੋਈ ਸੀ ਤੇ ਮੈਂ ਆਪਣੇ ਜੀਜੇ ਨੂੰ ਬੜੇ ਸ਼ਾਂਤਮਈ ਢੰਗ ਨਾਲ ਜਵਾਬ ਦਿੱਤਾ। ਮੈਂ ਇਹਨਾਂ ਨੂੰ ਕਹਿਤਾ ਕਿ ਜਗਨ ਮਾਤਾ ਜਿਹੜੀ ਆ ਸਾਨੂੰ ਰੋਟੀ ਖਿਲਾਵੇਗੀ, ਇਸ ਕਰਕੇ ਤੁਸੀਂ ਚਿੰਤਾ ਨਾ ਕਰੋ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਮੇਰੇ ਜਿਹੜੇ ਜੀਜਾ ਸੀ ਉਹਨੇ ਬੜੇ ਹੀ ਹੈਰਾਨੀਜਨਕ ਤਰੀਕੇ ਦੇ ਨਾਲ ਮੇਰੇ ਵੱਲ ਤੱਕਿਆ। ਅਚਨਚੇਤ ਕਹਿੰਦੇ ਉੱਥੇ ਇੱਕ ਮੰਦਰ ਦਾ ਜਿਹੜਾ ਪੁਜਾਰੀ ਸੀ ਮੇਰੇ ਕੋਲ ਆ ਕੇ ਬੜੇ ਅਦਬ ਦੇ ਨਾਲ ਖੜਾ ਹੋ ਗਿਆ ਤੇ ਪਰਮਹੰਸ ਜੋਗਰਨਾਥ ਜੀ ਕਹਿੰਦੇ ਉਹ ਪੁਜਾਰੀ ਮੈਨੂੰ ਕਹਿਣ ਲੱਗਾ ਕਿ ਮੈਂ ਬੜੇ ਚਿਰ ਤੋਂ ਆਪ ਨੂੰ ਪਦਮ ਆਸਣ ਦੇ ਵਿੱਚ ਧਿਆਨ ਰੂਪ ਮੁਦਰਾ ਦੇ ਵਿੱਚ ਬੈਠੇ ਜਿਹੜਾ ਹੈ ਉਹ ਕਈ ਵਾਰੀ ਤੱਕਿਆ ਹੈਗਾ। ਮੈਂ ਆਪ ਜੀ ਦੇ ਚਿਹਰੇ 'ਤੇ ਬੜਾ ਅਨੋਖਾ ਤੇ ਚਮਕਦਾ ਦੇਖਿਆ ਹੈਗਾ। ਇਸ ਕਰਕੇ ਮੇਰੇ ਮਨ ਦੀ ਇਹ ਇੱਛਾ ਹੋਈ ਆ ਕਿ ਮੈਂ ਆਪ ਜੀ ਵਾਸਤੇ ਰੋਟੀ ਦਾ ਇੱਕ ਅਲੱਗ ਬੰਦੋਬਸਤ ਕਰਾਂ। ਕਹਿੰਦੇ ਜਦੋਂ ਪੁਜਾਰੀ ਨੇ ਇਹ ਗੱਲ ਕਹੀ ਆ ਤੇ ਕਹਿੰਦੇ ਮੇਰਾ ਜੀਜਾ ਜਿਹੜਾ ਸੀ ਬੜੀ ਹੈਰਾਨੀ ਨਾਲ ਪੁਜਾਰੀ ਨੂੰ ਦੇਖਣ ਲੱਗ ਪਿਆ। ਉਸ ਤੋਂ ਬਾਅਦ ਪੁਜਾਰੀ ਨੇ ਕਹਿੰਦੇ ਇਹ ਵੀ ਦੱਸਿਆ ਹੈਗਾ ਕਿ ਜਿਹੜੇ ਲੋਕੀ ਇਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਆ ਤੇ ਜਿਹੜੇ ਆ ਕੇ ਦੁਪਹਿਰ ਦੀ ਰੋਟੀ ਲਈ ਬੇਨਤੀ ਨਹੀਂ ਕਰਦੇ ਤੇ ਅਸੀਂ ਨਿਯਮਾਂ ਦੇ ਅਨੁਸਾਰ ਉਹਨਾਂ ਨੂੰ ਰੋਟੀ ਨਹੀਂ ਖਿਲਾਉਂਦੇ, ਪਰ ਤੁਹਾਨੂੰ ਇਸ ਨਿਯਮ ਤੋਂ ਅਸੀਂ ਛੋਟ ਦੇ ਦਿੱਤੀ ਆ। ਉਸ ਤੋਂ ਬਾਅਦ ਫਿਰ ਪਰਮਹੰਸ ਜੋਗਰਨਾਥ ਜੀ ਕਹਿੰਦੇ ਮੈਂ ਮੰਦਰ ਦੇ ਪੁਜਾਰੀ ਦਾ ਧੰਨਵਾਦ ਕੀਤਾ। ਕਹਿੰਦੇ ਉਹ ਜਿਹੜਾ ਪੁਜਾਰੀ ਸੀਗਾ ਸਾਨੂੰ ਜਿੱਧਰ ਖਾਣ ਵਾਲਾ ਲੰਗਰ ਸੀਗਾ ਉੱਧਰ ਲੈ ਗਿਆ ਤੇ ਬੜੇ ਅਦਬ ਤਰੀਕੇ ਦੇ ਨਾਲ ਕਹਿੰਦੇ ਸਾਨੂੰ ਸਾਰਿਆਂ ਨੂੰ ਬਿਠਾ ਕੇ ਉਹਨੇ ਜਿਹੜੇ ਸੀ ਕਈ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਸਾਡੇ ਅੱਗੇ ਰੱਖ ਦਿੱਤੇ ਤੇ ਉਹਨਾਂ ਦੇ ਵਿੱਚ ਬੇਮੌਸਮੀ ਜਿਹੜੇ ਅੰਬ ਸੀਗੇ ਕਹਿੰਦੇ ਉਹ ਵੀ ਜਿਹੜੇ ਸੀ ਨਾਲ ਪਰੋਸ ਦਿੱਤੇ। ਜਦੋਂ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਮੰਦਰ ਦੇ ਪੁਜਾਰੀ ਨੇ ਸਾਡੇ ਮੂਹਰੇ ਰੱਖ ਦਿੱਤੀਆਂ, ਬਸ ਕਹਿੰਦੇ ਫਿਰ ਕੀ ਸੀ, ਮੇਰੇ ਜਿਹੜੇ ਜੀਜਾ ਸੀ ਚੁੱਪ-ਚਾਪ ਇਹਨਾਂ ਖਾਣਿਆਂ ਨੂੰ ਜਿਹੜੇ ਸੀ ਉਹ ਬੜੀ ਖਾਮੋਸ਼ੀ ਦੇ ਨਾਲ ਦੇਖਦੇ ਰਹੇ ਤੇ ਕਹਿੰਦੇ ਦੇਖਦੇ ਸੋਚਾਂ ਦੇ ਕਿਸੇ ਗਹਿਰੇ ਸਮੁੰਦਰ ਦੇ ਵਿੱਚ ਭੁੱਲ ਗਏ। ਤੇ ਪਰਮਹੰਸ ਜੋਗਰਨਾਥ ਜੀ ਕਹਿੰਦੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਮੇਰੇ ਜੀਜਾ ਜਿਹੜੀ ਸੀ ਸਵੇਰ ਦੀ ਦੁਪਹਿਰ ਦੀ ਰੋਟੀ ਦਾ ਜਿਹੜਾ ਸੀ ਉਹ ਬਾਰ-ਬਾਰ ਜ਼ੋਰ ਪਾ ਰਹੇ ਸੀ ਤੇ ਹੁਣ ਮੈਨੂੰ ਲੱਗਦਾ ਸੀ ਕਿ ਉਹਨਾਂ ਦੀ ਜਿਹੜੀ ਭੁੱਖ ਹੈਗੀ ਆ ਇਹ ਉਹਨਾਂ ਦੀ ਭੁੱਖ ਜਿਹੜੀ ਆ ਇਹ ਸਾਰੀ ਚਮਤਕਾਰ ਘਟਨਾ ਨੂੰ ਦੇਖਦੇ ਆ ਸਾਰੀ ਕਹਿੰਦੇ ਸਾਰੀ ਉਹਨਾਂ ਦੀ ਭੁੱਖ ਜਿਹੜੀ ਸੀ ਉਹ ਮਰ ਗਈ ਹੋਵੇ। ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਉਸ ਮੰਦਰ ਤੋਂ ਵਾਪਸ ਆਏ। ਅਗਲੇ ਦਿਨ ਪਰਮਹੰਸ ਜੋਗਰਨਾਥ ਜੀ ਕਹਿੰਦੇ ਮੈਂ ਆਪਣੀ ਭੈਣ ਜਿਹੜੀ ਰਮਾ ਸੀਗੀ ਜਦ ਉਹਨੂੰ ਮਿਲਣ ਵਾਸਤੇ ਅਗਲੇ ਦਿਨ ਗਿਆ ਤਾਂ ਮੇਰੀ ਕਹਿੰਦੇ ਭੈਣ ਜਿਹੜੀ ਸੀ ਬੜੀ ਖੁਸ਼ੀ ਦੇ ਨਾਲ ਮੈਨੂੰ ਮਿਲੀ ਤੇ ਮੈਨੂੰ ਕਹਿਣ ਲੱਗੀ ਵੀਰ ਜੀ ਕਹਿੰਦੀ ਚਮਤਕਾਰ ਹੋ ਗਿਆ। ਕਹਿੰਦੇ ਮੈਂ ਉਹਨੂੰ ਪੁੱਛਿਆ ਕੀ ਗੱਲ ਹੋਈ ਤੇ ਕਹਿੰਦੇ ਮੇਰੀ ਭੈਣ ਨੇ ਦੱਸਿਆ ਕਿ ਕੱਲ੍ਹ ਤੇਰੇ ਜਿਹੜੇ ਜੀਜਾ ਸੀਗੇ ਕਹਿੰਦੇ ਕੱਲ੍ਹ ਰਾਤ ਕੇ ਬੜੇ ਖੁੱਲ੍ਹ ਕੇ ਜਿਹੜੇ ਸੀ ਉਹ ਮੇਰੇ ਕੋਲ ਰੋਏ ਆ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਤੇਰੇ ਭਰਾ ਦੀ ਯੋਜਨਾ ਨੇ ਮੇਰੀ ਜ਼ਿੰਦਗੀ ਦੀ ਕਾਇਆ ਸੀਗੀ ਉਹ ਹੀ ਕਹਿੰਦੇ ਜਿਹੜੀ ਉਹ ਬਦਲ ਕੇ ਰੱਖ ਦਿੱਤੀ ਆ, ਕਲਪ ਕਰ ਦਿੱਤੀ ਆ। ਤੇ ਫਿਰ ਕਹਿੰਦੇ ਵੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਹੁਣ ਵੀ ਮੈਨੂੰ ਜਿਹੜਾ ਹੈਗਾ ਜੋ ਆਨੰਦ ਹੈਗਾ ਇਹ ਆਨੰਦ ਜਿਹੜਾ ਹੈਗਾ ਅਜੇ ਵੀ ਮੈਨੂੰ ਉਸੇ ਤਰ੍ਹਾਂ ਪ੍ਰਤੀਤ ਹੋ ਰਿਹਾ ਜਿਵੇਂ ਮੈਨੂੰ ਮੰਦਰ ਦੇ ਵਿੱਚ ਜਿਹੜਾ ਸੀਗਾ ਕੱਲ੍ਹ ਪ੍ਰਤੀਤ ਹੋ ਰਿਹਾ ਹੁੰਦਾ ਹੈਗਾ। ਉਸ ਤੋਂ ਬਾਅਦ ਕਹਿੰਦੇ ਫਿਰ ਤੇਰੇ ਜੀਜਾ ਜੀ ਨੇ ਮੈਨੂੰ ਇਹ ਆਖਿਆ ਸੀਗਾ ਕਿ ਮੈਂ ਤੇਰੇ ਭਰਾ ਦੇ ਨਾਲ ਜੋ ਵੀ ਅੱਜ ਤੱਕ ਵਧੀਕੀਆਂ ਕੀਤੀਆਂ ਹੈਗੀਆਂ ਮੈਂ ਉਹਦਾ ਪਛਤਾਵਾ ਕਰਨਾ ਚਾਹੁੰਦਾ ਹੈਗਾ ਤੇ ਮੈਂ ਹੁਣ ਇਹ ਜਿਹੜਾ ਹੈਗਾ ਇਹ ਸੰਕਲਪ ਕਰ ਲਿਆ ਹੈ ਕਿ ਜਦ ਤੱਕ ਮੈਂ ਤੇਰੇ ਭਰਾ ਤੋਂ ਯੋਗ ਦੀ ਜਿਹੜੀ ਕਿਰਿਆ ਲੈ ਕੇ ਉਨਤੀ ਨਹੀਂ ਕਰ ਲੈਂਦਾ ਤਦ ਤੱਕ ਮੈਂ ਤੇਰੇ ਭਰਾ ਮੁਕੰਦ ਦੇ ਨਾਲ ਕਦੀ ਗੱਲਬਾਤ ਨਹੀਂ ਕਰਾਂਗਾ। ਉਸ ਤੋਂ ਬਾਅਦ ਕਹਿੰਦੇ ਫਿਰ ਤੇਰੇ ਜੀਜਾ ਜੀ ਨੇ ਕਿਹਾ ਸੀਗਾ ਕਿ ਜਿਹੜਾ ਆਪਣਾ ਸੌਣ ਵਾਲਾ ਆਲੀਸ਼ਾਨ ਸੌਣ ਵਾਲਾ ਵੱਡਾ ਕਮਰਾ ਹੈਗਾ ਉਸ ਕਮਰੇ ਨੂੰ ਆਪਾਂ ਹੁਣ ਪੂਜਾ ਘਰ ਦੇ ਵਿੱਚ ਬਦਲ ਦੇਵਾਂਗੇ ਤੇ ਜਿਹੜਾ ਪੂਜਾ ਘਰ ਦਾ ਛੋਟਾ ਕਮਰਾ ਜਿਹਦੇ ਵਿੱਚ ਜਿਹੜੀ ਉਹ ਰਮਾ ਪਰਮਹੰਸ ਜੋਗਰਨਾਥ ਦੀ ਭੈਣ ਜਿਹੜੀ ਸੀ ਪੂਜਾ ਕਰਦੀ ਸੀਗੀ ਕਹਿੰਦੇ ਉਸ ਕਮਰੇ ਨੂੰ ਆਪਾਂ ਹੁਣ ਸੌਣ ਵਾਲਾ ਕਮਰਾ ਬਣਾ ਦੇਵਾਂਗੇ। ਫਿਰ ਕਹਿੰਦੇ ਮੇਰੇ ਜੀਜਾ ਸ੍ਰੀ ਸਤੀਸ਼ ਚੰਦਰ ਬੋਸ ਨੇ ਆਖਿਆ ਸੀਗਾ ਕਿ ਰਮਾ ਜਿਹੜਾ ਤੇਰਾ ਭਰਾ ਹੈਗਾ ਜਿਹਦਾ ਮੈਂ ਹੁਣ ਤੱਕ ਮਖੌਲ ਉਡਾਉਂਦਾ ਰਿਹਾ ਹੈਗਾ ਉਹਦੇ ਵਾਸਤੇ ਮੈਨੂੰ ਹੁਣ ਤੱਕ ਜਿਹੜਾ ਬੜਾ ਡੂੰਘਾ ਅਫਸੋਸ ਹੈਗਾ ਤੇ ਮੈਂ ਇਹ ਜਿਹੜਾ ਅਫਸੋਸ ਹੈਗਾ ਇਹ ਉਹਦੇ ਮੋਰੇ ਜਿਹੜਾ ਹੁਣ ਪ੍ਰਗਟ ਕਰਦਾ ਹੈਗਾ। ਇਸ ਤਰ੍ਹਾਂ ਦੇ ਕਹਿੰਦੇ ਜਦੋਂ ਉਸਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਸ ਤੋਂ ਬਾਅਦ ਕਹਿੰਦੇ ਵੀ ਦੇਖੋ ਉਸ ਤੋਂ ਬਾਅਦ ਫਿਰ ਮੇਰੇ ਜੀਜਾ ਜਿਹੜੇ ਸੀਗੇ ਉਹਨਾਂ ਨੇ ਵੀ ਜਿਹੜੀ ਸੀਗੀ ਉਹ ਜੋਗਾਨੰਦ ਦੀ ਕਿਰਿਆ ਲੈ ਕੇ ਤੇ ਉਹਦੇ ਮਾਰਗ ਦੇ ਉੱਪਰ ਚੱਲਣ ਵਾਸਤੇ ਕਹਿੰਦੇ ਫਿਰ ਜਿਹੜੀ ਸੀਗੀ ਉਹ ਆਪਣੀ ਤਨ ਮਨ ਦੇਹੀ ਦੇ ਨਾਲ ਪੂਰੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦ ਕਹਿੰਦੇ ਯਤਨ ਕਰਨਾ ਸ਼ੁਰੂ ਕਰ ਦਿੱਤਾ ਬਸ ਸਮਾਂ ਕਹਿੰਦੇ ਬਣਦਾ ਜਿਹੜਾ ਸੋ ਵੈਸਾ ਬਣਿਆ ਹੈਗਾ ਕਿ ਉਹ ਤੋਂ ਬਾਅਦ ਫਿਰ ਮੇਰੇ ਜੀਜਾ ਜੀ ਜਿਹੜੇ ਸੀਗੇ ਉਹ ਸਮਾਂ ਪਾ ਕੇ ਕਿਸੇ ਗੰਭੀਰ ਬਿਮਾਰੀ ਤੋਂ ਜਿਹੜੇ ਪੀੜਤ ਹੋ ਗਏ ਸੀਗੇ ਪਰ ਫਿਰ ਵੀ ਉਹਨਾਂ ਨੇ ਗੰਭੀਰ ਬਿਮਾਰੀ ਹੁੰਦਿਆਂ ਵੀ ਜਿਹੜੀ ਇਹ ਧਿਆਨ ਯੋਗ ਦੀ ਕਿਰਿਆ ਸੀਗੀ ਇਸ ਨੂੰ ਨਹੀਂ ਛੱਡਿਆ ਤੇ ਕਈ ਘੰਟੇ ਜਿਹੜੇ ਸੀ ਉਹ ਪੂਜਾ ਦੇ ਕਮਰੇ ਵਿੱਚ ਬੈਠ ਕੇ ਇਸ ਧਿਆਨਮਈ ਯੋਗ ਕਿਰਿਆ ਦੇ ਵਿੱਚ ਜਿਹੜੇ ਸੀ ਉਹ ਬੈਠੇ ਰਹਿੰਦੇ ਸੀਗੇ।
ਇੱਕ ਵਾਰ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਕਿ ਮੈਂ ਆਪਣੀ ਛੋਟੀ ਭੈਣ ਰਮਾ ਨੂੰ ਜਦ ਮਿਲਣ ਗਿਆ ਤੇ ਜਦੋਂ ਮੈਂ ਆਪਣੇ ਜੀਜੇ ਦੀ ਹਾਲਤ ਦੇਖੀ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੇਰੇ ਜੀਜਾ ਜੀ ਜ਼ਿਆਦਾ ਚਿਰ ਇਸ ਸੰਸਾਰ ਦੇ ਵਿੱਚ ਨਹੀਂ ਰਹਿ ਸਕਦੇ। ਕਹਿੰਦੇ ਇਹਨਾਂ ਵਿਚਾਰਾਂ ਨੂੰ ਮੇਰੀ ਭੈਣ ਰਮਾ ਨੇ ਵੀ ਪੜ੍ਹ ਲਿਆ ਸੀਗਾ। ਉਸ ਤੋਂ ਬਾਅਦ ਫਿਰ ਕਹਿੰਦੀ ਮੇਰੀ ਜਿਹੜੀ ਭੈਣ ਰਮਾ ਮੈਨੂੰ ਕਹਿਣ ਲੱਗੀ, ਕਹਿੰਦੀ ਵੀਰ ਜੀ, ਕਹਿੰਦੀ ਮੈਂ ਤੰਦਰੁਸਤ ਹਾਂ ਤੇ ਮੇਰੇ ਪਤੀ ਬਿਮਾਰ ਆ, ਕਹਿੰਦੀ ਇਹ ਮੈਂ ਜਾਣਦੀ ਹਾਂ, ਪਰ ਕਹਿੰਦੀ ਇੱਕ ਹਿੰਦੂ ਪਤੀ ਵਰਤਾ ਔਰਤ ਹੋਣ ਦੇ ਨਾਤੇ ਹੈ ਨਾ, ਕਹਿੰਦੀ ਵੀ ਮੈਂ ਆਪਣਾ ਸਰੀਰ ਜਿਹੜਾ ਹੈਗਾ ਆਪਣੇ ਪਤੀ ਤੋਂ ਪਹਿਲਾਂ ਤਿਆਗਾਂਗੀ। ਕਹਿੰਦੇ ਇਹ ਜਿਹੜੇ ਬਚਨ ਸੀਗੇ ਮੇਰੀ ਜਦੋਂ ਭੈਣ ਨੇ ਮੈਨੂੰ ਕਹਿਆ ਤੇ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਅਸੀਂ ਬੜੇ ਗੰਭੀਰ ਹੋ ਗਏ। ਪਰ ਵਾਕਿਆ ਕਹਿੰਦੇ ਜਦੋਂ ਮੈਂ ਅਮਰੀਕਾ ਚਲੇ ਗਿਆ ਤੇ ਬਿਲਕੁਲ ਉਸ ਤੋਂ 18 ਮਹੀਨੇ ਬਾਅਦ ਕਹਿੰਦੇ ਵੀ ਮੇਰੀ ਜਿਹੜੀ ਭੈਣ ਸੀਗੀ ਉਸ ਦੀ ਜਿਹੜੀ ਸੀਗੀ ਕਿਸੇ ਰਹੱਸਮਈ ਤਰੀਕੇ ਦੇ ਨਾਲ ਜਿਹੜੀ ਸੀ ਮੌਤ ਹੋ ਗਈ ਸੀਗੀ। ਲੇਕਿਨ ਇਸ ਮੌਤ ਦਾ ਜਿਹੜਾ ਸਾਰਾ ਸੰਦੇਸ਼ ਸੀ ਮੇਰਾ ਛੋਟਾ ਭਰਾ ਜਿਹਦਾ ਨਾਮ ਵਿਸ਼ਨੂੰ ਸੀਗਾ, ਕਹਿੰਦੇ ਮੈਨੂੰ ਖੱਤ ਦੇ ਵਿੱਚ ਲਿਖਿਆ ਸੀਗਾ ਤੇ ਉਹਨੇ ਬੜੀ ਇੱਕ ਵਿਚਿੱਤਰ ਘਟਨਾ ਦੱਸੀ ਸੀ। ਉਹਨੇ ਦੱਸਿਆ ਸੀਗਾ ਕਿ ਜਿੱਦਣ ਹੈ ਨਾ ਰਮਾ ਦੀ ਮੌਤ ਹੋਈ ਆ, ਰਮਾ ਜਿਹੜੀ ਸੀ ਉਸ ਦਿਨ ਸਵੇਰੇ ਉੱਠ ਕੇ ਜਿਹੜੇ ਸੀ ਉਸਨੇ ਇਸ਼ਨਾਨ ਪਾਣੀ ਕਰਕੇ ਆਪਣੇ ਵਿਆਹ ਦਾ ਜਿਹੜਾ ਜੋੜਾ ਸੀਗਾ ਉਹ ਪਹਿਨ ਲਿਆ ਸੀਗਾ ਤੇ ਸੱਜ ਧੱਜ ਹੋ ਕੇ ਜਿਹੜੀ ਸੀ ਉਹ ਤਿਆਰ ਹੋਈ ਸੀ। ਜਦ ਕਹਿੰਦੇ ਸੱਜ ਧਾਰ ਹੋ ਕੇ ਤਿਆਰ ਹੋਈ ਸੀ ਤੇ ਮੇਰੇ ਜੀਜਾ ਸਤੀਸ਼ ਚੰਦਰ ਬੋਸ ਨੇ ਕਹਿੰਦੇ ਫਿਰ ਰਮਾ ਨੂੰ ਪੁੱਛਿਆ ਸੀਗਾ, ਕਹਿੰਦੇ ਵੀ ਅੱਜ ਇੰਨਾ ਸੱਜ ਧੱਜ ਕੇ ਤਿਆਰ ਹੋਈ ਹੈ, ਇਹਦਾ ਕੀ ਕਾਰਨ ਆ? ਫਿਰ ਕਹਿੰਦੇ ਮੇਰੀ ਭੈਣ ਨੇ ਜਿਹੜਾ ਸੀਗਾ ਮੇਰੇ ਜੀਜੇ ਦੇ ਪੈਰਾਂ ਨੂੰ ਹੱਥ ਲਾਉਂਦਾ ਆਖਿਆ ਸੀਗਾ ਕਿ ਇਸ ਧਰਤੀ 'ਤੇ ਉੱਤੇ ਅੱਜ ਮੇਰਾ ਆਖਰੀ ਦਿਨ ਹੈ ਕਿ ਮੈਂ ਤੁਹਾਡੀ ਜਿਹੜੀ ਆ ਅੱਜ ਰੱਜ ਕੇ ਸੇਵਾ ਕਰ ਸਕਾਂ। ਉਸ ਤੋਂ ਬਾਅਦ ਕਹਿੰਦੇ ਵੀ ਜਿਹੜੀ ਮੇਰੀ ਭੈਣ ਸੀਗੀ ਉਸ ਨੂੰ ਹੈ ਨਾ ਜਦ ਦਿਲ ਦਾ ਅਟੈਕ ਹੋਇਆ, ਅਟੈਕ ਦੇ ਵਿੱਚ ਕਹਿੰਦਾ ਜਿਹੜਾ ਮੇਰਾ ਭਾਣਜਾ ਸੀਗਾ ਰਮਾ ਦਾ ਪੁੱਤਰ ਜਾਂ ਡਾਕਟਰ ਲੈਣ ਚੱਲਾ ਸੀਗਾ ਤੇ ਰਮਾ ਨੇ ਆਪਣੇ ਪੁੱਤ ਨੂੰ ਆਖਿਆ ਸੀਗਾ ਕਿ ਡਾਕਟਰ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਆ, ਕਿਉਂਕਿ ਡਾਕਟਰ ਤੋਂ ਪਹਿਲਾਂ ਹੀ ਹੈ ਨਾ ਮੈਂ ਆਪਣਾ 5 ਫੁੱਟ ਸਰੀਰ ਤਿਆਗ ਕੇ ਜਿਹੜੀ ਆ ਇੱਥੋਂ ਸਦਾ ਲਈ ਚਲੀ ਜਾਊਂਗੀ। ਉਸ ਤੋਂ ਬਾਅਦ ਫਿਰ ਕਹਿੰਦੇ ਮੇਰੀ ਭੈਣ ਨੇ ਜਿਹੜੇ ਸੀਗੇ ਉਸ 10 ਮਿੰਟਾਂ ਦੇ ਵਿੱਚ ਆਪਣੇ ਪਤੀ ਸ੍ਰੀ ਸਤੀਸ਼ ਚੰਦਰ ਬੋਸ ਦੇ ਚਰਨ ਛੂੰਹਦਿਆਂ ਜਿਹੜਾ ਸੀਗਾ ਬੜੇ ਚੇਤਨ ਮੁੰਦਰਾਂ ਦੇ ਵਿੱਚ ਜਿਹੜਾ ਸੀ ਆਪਣਾ ਸਰੀਰ ਤਿਆਗ ਦਿੱਤਾ ਸੀਗਾ। ਇਸ ਸਰੀਰ ਤਿਆਗਣ ਤੋਂ ਬਾਅਦ ਕਹਿੰਦੇ ਮੇਰੇ ਜੀਜਾ ਸਤੀਸ਼ ਚੰਦਰ ਬੋਸ ਦੀ ਜਿਹੜੀ ਸਿਹਤ ਕਾਫੀ ਖਰਾਬ ਸੀਗੀ, ਕਹਿੰਦੇ ਯਕਦਮ ਉਹ ਠੀਕ ਹੋ ਗਈ, ਪੂਰੇ 9/9 ਹੋ ਗਏ। ਜਦੋਂ ਕਹਿੰਦੇ ਉਹ ਤੰਦਰੁਸਤ ਹੋ ਗਏ ਪੂਰੀ ਤਰ੍ਹਾਂ ਤਾਂ ਇੱਕ ਦਿਨ ਕਹਿੰਦੇ ਉਹ ਕੁਰਸੀ 'ਤੇ ਬੈਠੇ, ਮੇਰੀ ਭੈਣ ਦੀ ਇੱਕ ਜਿਹੜੀ ਹੱਸਦੀ ਤਸਵੀਰ ਸੀ, ਮੁਸਕਰਾਉਂਦਿਆਂ ਤਸਵੀਰ ਸੀ ਹੱਥਾਂ ਵਿੱਚ ਲੈ ਕੇ ਕਹਿੰਦੇ ਉਹ ਕਹਿਣ ਲੱਗੇ ਕਿ ਤੂੰ ਬੜੀ ਚਲਾਕੀ ਦੇ ਨਾਲ ਜਿਹੜਾ ਸੀਗਾ ਮੇਰੇ ਤੋਂ ਵਿਦਾ ਹੋ ਕੇ ਪਹਿਲਾਂ ਚਲੀ ਗਈ ਆ, ਪਰ ਮੈਨੂੰ ਲੱਗਦਾ ਹੈਗਾ ਕਿ ਤੂੰ ਮੇਰੇ ਤੋਂ ਬਗੈਰ ਰਹਿ ਨਹੀਂ ਸਕਦੀ, ਇਸ ਕਰਕੇ ਮੈਂ ਵੀ ਹੁਣ ਛੇਤੀ ਜਿਹੜਾ ਤੇਰੇ ਪਾਸ ਆ ਰਿਹਾ ਹੈਗਾ। ਕਹਿੰਦੇ ਇਹ ਕਹਿਣ ਤੋਂ ਬਾਅਦ ਮੇਰੇ ਜੀਜਾ ਜੀ ਨੇ ਜਿਹੜਾ ਸੀਗਾ ਆਪਣਾ 5 ਫੁੱਟ ਤੱਕ ਜਿਹੜਾ ਸਰੀਰ ਤਿਆਗਿਆ ਸੀਗਾ। ਔਰ ਕਹਿੰਦੇ ਇਹ ਸਰੀਰ ਤਿਆਗਣ ਤੋਂ ਬਾਅਦ ਕਹਿੰਦੇ ਵੀ ਇਸ ਦੇਵੀ ਕਿਰਪਾ ਦੇ ਅਨੁਸਾਰ ਕਹਿੰਦੇ ਵੀ ਮੈਂ ਜਾਣੀ ਇਹ ਦੇਖਿਆ ਹੈਗਾ ਕਿ ਕਿਵੇਂ ਕਾਲੀ ਮਾਤਾ ਜੀ ਜਿਹੜੀ ਦੇਵੀ ਕਿਰਪਾ ਹੈਗੀ ਆ ਉਸ ਨੇ ਇੱਕ ਸਧਾਰਨ ਮਨੁੱਖ ਨੂੰ ਕਿਵੇਂ ਸੰਤ ਰੂਪ ਬਣਾ ਕੇ ਉਹਨਾਂ ਦਾ ਜੋ ਭਵਿੱਖ ਵਾਕ ਸੀਗੇ ਉਹਨਾਂ ਨੂੰ ਸੱਤ ਕਰਕੇ ਜਿਹੜਾ ਸੀ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਦਿਖਾ ਲਿਆ ਸੀਗਾ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।